ਆਪ ਜੀ ਨੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਹਦੀਆਂ ਲਾਸਟ ਪੰਕਤੀਆਂ ਨੂੰ ਆਧਾਰ ਬਣਾ ਕੇ, ਟੇਕ ਬਣਾ ਕੇ ਉਹਨਾਂ ਨੇ ਰਸ ਭਿੰਨੀ ਆਵਾਜ਼ ਦੇ ਵਿੱਚ ਗਾਵਿਆ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਇਹ ਬੋਲ ਕਹਿ ਰਹੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਨਾ, ਇਹ ਸ਼ੈਲੀ ਗੁਰੂ ਸਾਹਿਬ ਜੀ ਦੀ ਹੈ। ਜਦੋਂ ਮਨੁੱਖਤਾ ਨੂੰ ਵੀ ਸੰਬੋਧਨ ਕਰਨਾ ਹੁੰਦਾ ਹੈ ਨਾ, ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ। ਜਿਵੇਂ ਬਾਬਾ ਫਰੀਦ ਜੀ ਦੇ ਸ਼ਬਦ ਅਸੀਂ ਪੜ੍ਹਦੇ ਹਾਂ, ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ, ਪੰਜੇ ਵਕਤ ਮਸੀਤ। ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ, ਪਰ ਸਮਝਾਉਂਦੇ ਅਸਲ ਦੇ ਵਿੱਚ ਹਿਊਮੈਨਿਟੀ ਨੂੰ, ਸਾਰੀ ਮਨੁੱਖਤਾ ਦੇ ਲਈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੀ ਤਸਵੀਰ ਹੀ ਸਾਡੇ ਸਾਹਮਣੇ ਖਿੱਚੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਿਹੜਾ ਗਿਆਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਆਈਡੀਓਲੋਜੀ, ਫਿਲਾਸਫੀ, ਸਿਧਾਂਤ ਬਖਸ਼ਿਸ਼ ਕੀਤੇ, ਉਹ ਗਿਆਨ ਪਹਿਲਾਂ ਅਵੇਲੇਬਲ ਨਹੀਂ ਸੀ। ਵੇਖੋ, ਜ਼ਿੰਦਗੀ ਦਾ ਹਰ ਸਫੀਅਰ ਦੇ ਵਿੱਚ, ਇੱਥੋਂ ਤੱਕ ਵੀ ਅਕਾਲ ਪੁਰਖ ਦਾ ਜਿਹੜਾ ਸਰੂਪ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ, ਮਨੁੱਖ ਦੀ ਆਤਮਾ ਜਾਂ ਸੋਲ ਜਿਹਨੂੰ ਕਿਹਾ ਜਾਂਦਾ, ਹਿਊਮਨ ਲਾਈਫ ਦੇ ਬਾਰੇ ਗੁਰੂ ਸਾਹਿਬ ਨੇ ਜੋ ਗਿਆਨ ਦਿੱਤਾ, ਦੁਨੀਆ ਦੇ ਵਿੱਚ ਇਕਨੋਮਿਕ ਫੀਲਡ ਦੇ ਵਿੱਚ ਜੋ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੜੇ ਸ਼ਬਦ ਨੇ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝਾ ਕੋਏ। ਫਿਰ ਸਮਾਜ ਨੂੰ, ਸੁਸਾਇਟੀ ਨੂੰ ਰਿਫਾਰਮ ਕਰਨ ਦੇ ਲਈ, ਟੋਟਲੀ ਬੰਦੇ ਦੀ ਕਾਇਆ ਕਲਪ ਕਰਨ ਲਈ, ਮੈਟਾਮੋਰਫੋਸਿਸ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਜੋ ਨੌਲੇਜ ਬਖਸ਼ਿਸ਼ ਕੀਤਾ, ਉਹ ਨੌਲੇਜ ਪਹਿਲਾਂ ਅਵੇਲੇਬਲ ਨਹੀਂ ਸੀ। ਤੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਕਿਹਾ, ਗਿਆਨ ਧਿਆਨ। ਧਿਆਨ ਦਾ ਮਤਲਬ ਹੁੰਦਾ, ਕਿਉਂਕਿ ਮਜ਼ਹਬਾਂ ਦੇ ਨਾ ਜਿਹੜਾ ਪਹਿਲਾਂ ਤੇ ਵੱਖ-ਵੱਖ ਹੋਣ ਦਾ ਕਾਰਨ ਇੱਕ ਜਿਹੜਾ ਮੇਨ ਹੈ, ਉਹ ਹੈ ਕਨਸੈਪਟ ਆਫ ਗਾਡ, ਦੂਸਰਾ ਹੈ ਵੇ ਆਫ ਵਰਸ਼ਿਪ। ਤੇ ਧਿਆਨ ਦਾ ਮਤਲਬ ਹੈ ਵੇ ਆਫ ਵਰਸ਼ਿਪ। ਰੱਬ ਦੀ ਇਬਾਦਤ ਦਾ ਜਿਹੜਾ ਪ੍ਰੈਕਟੀਕਲੀ ਢੰਗ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਨਾ, ਉਹ ਪਹਿਲਾਂ ਅਵੇਲੇਬਲ ਨਹੀਂ ਸੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਲੋਕ ਰਿਚੁਅਲਸ ਤੇ ਕਰਮਕਾਂਡ ਤੇ ਕਰ ਰਹੇ ਸੀ, ਸੁਪਰਸਟੀਸ਼ੀਅਸ ਹੋ ਕੇ, ਅੰਧ ਵਿਸ਼ਵਾਸੀ ਹੋ ਕੇ ਜ਼ਿੰਦਗੀ ਬਤੀਤ ਕਰ ਰਹੇ ਸੀ। ਇੱਥੋਂ ਤੱਕ ਵੀ ਬਰਡਨ ਆਫ ਆਲ ਟ੍ਰੈਡੀਸ਼ਨਸ ਨੂੰ ਬੇਅਰ ਕਰ ਰਹੇ ਸੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਕਰਮ ਬਿਆਨ ਕੀਤਾ ਨਾ, ਜਿਹੜੇ ਕਰਮ ਦੇ ਉੱਤੇ ਚੱਲ ਕੇ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨ੍ਹਾਂ ਕਰਮਾਂ ਕਰਕੇ ਰੱਬ ਦੇ ਨੇੜੇ ਹੋ ਜਾਣਾ ਸੀ, ਉਹ ਕਰਮ ਗੁਰੂ ਨਾਨਕ ਸਾਹਿਬ ਜੀ ਨੇ ਇੰਟਰੋਡਿਊਸ ਕੀਤੇ। ਫਿਰ ਸਾਰ ਨਾ ਜਾਣਾ ਤੇਰੀ। ਅਸਲ ਦੇ ਵਿੱਚ ਜਿਸ ਖਿੱਤੇ ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੁੰਦਾ ਹੈ ਨਾ, ਉੱਥੇ ਰੱਬ ਦੀ ਸਾਰ ਤੱਕ ਨਹੀਂ ਜਾਣਦੇ ਲੋਕ, ਕਿਉਂਕਿ ਇੱਕ ਰੱਬ ਦੀ ਥਾਂ ਤੇ ਕਿਧਰੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਹੈ, ਕਿਧਰੇ ਉੱਥੇ ਬੁੱਤ ਪ੍ਰਸਤੀ ਹੈ, ਬੁੱਤ ਨੂੰ ਹੀ ਰੱਬ ਕਹਿ ਕੇ ਅਸਲ ਦੇ ਵਿੱਚ ਬੰਦੇ ਦੀ ਪੂਰੀ ਐਨਰਜੀ, ਟਾਈਮ, ਪੈਸਾ, ਸਾਰਾ ਸਰਮਾਇਆ ਬੁੱਤਾਂ ਦੇ ਆਲੇ ਦੁਆਲੇ ਝੋਂਕ ਦਿੱਤਾ ਗਿਆ ਹੈ। ਉੱਥੇ ਕਿਧਰੇ 5 ਤੱਤ ਨੇ, ਲੋਕ 5 ਤੱਤਾਂ ਨੂੰ ਵੀ ਰੱਬ ਸਮਝ ਕੇ ਪੂਜ ਰਹੇ ਨੇ। ਕਿਧਰੇ ਜਾਨਵਰਾਂ ਦੀ ਪੂਜਾ ਦਾ ਸੰਕਲਪ ਹੈ, ਗਾਂ ਦੀ ਅੱਜ ਤੱਕ ਪੂਜਾ ਹੁੰਦੀ, ਗਧਿਆਂ ਦੀ ਪੂਜਾ, ਕੁੱਤਿਆਂ ਦੀ ਪੂਜਾ, ਇੱਥੋਂ ਤੱਕ ਵੀ ਮੰਦਿਰ ਜਿਹੜੇ ਬਣੇ ਹੋਏ ਨੇ। ਇੱਥੋਂ ਤੱਕ ਵੀ ਦਰਖਤਾਂ ਦੀ ਪੂਜਾ ਹੈ।
ਜਿੱਥੇ ਬੰਦਾ ਰੱਬ ਦੀ ਸਾਰ ਨਹੀਂ ਸੀ ਜਾਣਦਾ ਤੇ ਰੱਬ ਦੇ ਪੈਰਲਰ ਬਹੁਤ ਸਾਰੀਆਂ ਇਹੋ ਜਿਹੀਆਂ ਘਾੜਤਾਂ ਘੜ ਲਈਆਂ ਗਈਆਂ ਸੀ, ਇਮੈਜਨਰੀ ਜਿਹੜੇ ਕਨਸੈਪਟ ਦੇ ਦਿੱਤੇ ਗਏ ਸੀ, ਤੇ ਸਹੀ ਮਾਇਨਿਆਂ ਦੇ ਵਿੱਚ ਵਾਕਿਆ ਹੀ ਰੱਬ ਦੀ ਅਸੀਂ ਸਾਰ ਨਹੀਂ ਸੀ ਜਾਣਦੇ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਨਾ, ਉਹ ਕਹਿੰਦੇ ਨੇ, ਲੋਕੋ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਅਸੀਂ ਪਸ਼ੂ ਦੀ ਤਰ੍ਹਾਂ ਸੀ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ, ਸਾਨੂੰ ਪਸ਼ੂਆਂ ਤੋਂ ਮਨੁੱਖ, ਤੇ ਗੁਰਬਾਣੀ ਤੇ ਕਹਿੰਦੀ, ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਹ ਬੋਲ ਕਹੇ ਨੇ, ਹਜ਼ੂਰ ਕਹਿੰਦੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਦੁਨੀਆ ਦੇ ਸਭ ਤੋਂ ਵੱਡੇ ਗੁਰੂ ਪੀਰ ਪੈਗੰਬਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਮੇਰੀ ਲੋਕ ਤੇ ਪਰਲੋਕ ਦੀ ਇੱਜ਼ਤ ਪੱਤ ਰੱਖ ਲਈ। ਇਹ ਸਾਰੀ ਮਨੁੱਖਤਾ ਦੀ ਪੱਤ ਗੁਰੂ ਸਾਹਿਬ ਜੀ ਨੇ ਰੱਖੀ ਹੈ। ਇਹੋ ਜਿਹੇ ਮਹਾਨ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜਨ ਲਈ ਨਾ, ਗੁਰੂ ਅਰਜਨ ਸਾਹਿਬ ਜੀ ਦਾ ਇੱਕ ਹੋਰ ਸਵਈਆ ਹੈ। ਹਜ਼ੂਰ ਕਹਿੰਦੇ ਨੇ, ਧੰਨ ਧੰਨ ਤੇ ਧੰਨ ਜਨ ਜਿਹੇ ਕਿਰਪਾਲ ਹਰ ਹਰ ਭਇਓ। ਉਹ ਲੋਕ, ਉਹ ਰੱਬ ਦੇ ਇਬਾਦਤ ਕਰਨ ਵਾਲੇ ਜਨ ਧੰਨਤਾ ਦੇ ਯੋਗ ਨੇ, ਜਿਨ੍ਹਾਂ ਤੇ ਅਕਾਲ ਪੁਰਖ ਨੇ ਇੱਕ ਬੜੀ ਵੱਡੀ ਕਿਰਪਾ ਕੀਤੀ। ਉਹ ਕਿਹੜੀ ਕਿਰਪਾ ਕੀਤੀ ਹੈ? ਹਰ ਗੁਰ ਨਾਨਕ ਚਰਨ ਜਿਨ ਪਰਸਿਓ, ਸੇ ਜਨਮ ਮਰਨ ਦੂਹੂ ਤੇ ਰਹਿਓ। ਜਿਨ੍ਹਾਂ ਨੂੰ ਚਰਨ ਪਰਸਣ ਦੇ ਲਈ ਗੁਰੂ ਨਾਨਕ ਦੇਵ ਜੀ ਵਰਗਾ ਮੂਰਸ਼ਿਦ ਮਿਲਿਆ ਨਾ, ਇਸ ਤੋਂ ਵੱਡਿਆਂ ਭਾਗਾਂ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਤੇ ਜਿਨ੍ਹਾਂ ਨੇ ਮਨ ਬਚਨ ਕਰਮਾਂ ਕਰਕੇ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਦੇ ਚਰਨ ਪਰਸ ਲਏ, ਉਹਨਾਂ ਦਾ ਫਿਰ ਆਵਾਗਮਨ ਕੱਟਿਆ ਗਿਆ। ਉਹ ਮਨੁੱਖਾ ਜ਼ਿੰਦਗੀ ਦੇ ਵਿੱਚ ਮਨੁੱਖ ਬਣ ਕੇ ਕਿਵੇਂ ਜ਼ਿੰਦਗੀ ਜੀਵੀ ਜਾਂਦੀ ਹੈ, ਕਿਵੇਂ ਆਪਣੇ ਅੰਦਰੋਂ ਹੀ ਸਚਿਆਰਾਪਨ ਤੇ ਰੱਬ ਨੂੰ ਪ੍ਰਗਟ ਕੀਤਾ ਜਾਂਦਾ ਹੈ, ਉਹ ਉਹਨਾਂ ਨੇ ਸਿੱਖ ਲਿਆ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ। ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਦੇ। ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣ ਲਿਆ, ਸੁਣਨ ਦਾ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਕ੍ਰਾਈਟੇਰੀਅਨ ਦੇ ਮੁਤਾਬਕ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਲਿਆ, ਜਿਹਨੂੰ ਗੁਰੂ ਸਾਹਿਬ ਵੇਖਣਾ ਕਹਿੰਦੇ ਨੇ, ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠਾ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਇਹੋ ਜਿਹੇ ਮਹਾਨ ਸਤਿਗੁਰੂ ਜੀ ਨੂੰ ਜਿਨ੍ਹਾਂ ਨੇ ਬਾਣੀ ਦੇ ਰਾਹੀਂ ਆਪਣੇ ਜੀਵਨ ਦੇ ਵਿੱਚ ਉਤਾਰ ਕੇ ਐਕਸਪੀਰੀਅੰਸ ਕਰ ਲਿਆ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਲਏ, ਸੇ ਫਿਰ ਗਰਬਾਸ ਨਾ ਭਰਿਆ ਰੇ। ਉਹ ਫਿਰ ਜਿਹੜਾ ਗਰਬਾਸ ਦੇ ਵਿੱਚ ਨਹੀਂ ਆਇਆ, ਅਸਲ ਦੇ ਵਿੱਚ ਉਹਦੀਆਂ तमाम ਜ਼ਿੰਦਗੀ ਦੀਆਂ ਪ੍ਰੋਬਲਮਸ ਨੂੰ ਸੋਲੂਸ਼ਨ ਮਿਲ ਗਿਆ। ਉਹ ਫਿਰ ਰੱਬ ਦਾ ਰੂਪ ਹੋ ਕੇ ਧਰਤੀ ਤੇ ਉਹ ਮਨੁੱਖ ਵਿਚਰਨ ਲੱਗਾ। ਇਹੋ ਜਿਹੇ ਮਹਾਨ ਸਤਿਗੁਰੂ ਜਿਨ੍ਹਾਂ ਬਾਰੇ ਗੁਰੂ ਸਾਹਿਬਾਨ ਨੇ ਆਪਣੇ ਵਿਚਾਰ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਦਿੱਤੇ। ਹਿੰਦੁਸਤਾਨ ਦੀ ਮਹਾਨ ਆਤਮਾ ਸਵਾਮੀ ਵਿਵੇਕਾਨੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਬਾਰੇ ਆਪਣੇ ਗੱਲ ਕਰਦਿਆਂ ਹੋਇਆਂ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ ਵੇਖਦੇ ਆ ਨਾ, ਉਸ ਸਮੇਂ ਪੋਲੀਟੀਕਲ ਤੌਰ ਤੇ ਚਾਰੇ ਪਾਸੇ ਹਨੇਰਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ। ਕੂੜ ਅਮਾਵਸ, ਕੂੜ ਦੀ ਕਾਲੀ ਬੋਲੀ ਰਾਤ ਹਰ ਪਾਸੇ ਪਸਰੀ ਹੋਈ ਏ, ਅਗਿਆਨਤਾ ਦਾ ਹਨੇਰਾ। ਲੋਕ ਜਿਹੜੇ ਪੋਲੀਟੀਕਲ ਤੌਰ ਤੇ ਕੌਨਸ਼ੀਅਸ ਨਹੀਂ ਹਨ, ਉਹਨਾਂ ਦੀ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਈਵਲਸ ਆ ਚੁੱਕੀਆਂ ਨੇ। ਧਰਮ ਅਸਥਾਨਾਂ ਤੋਂ ਧਰਮ ਜਿਹੜਾ ਪੰਖ ਲਾ ਕੇ ਉੱਡ ਚੁੱਕਾ ਹੈ। ਧਰਮ ਦੇ ਨਾਂ ਤੇ ਵੀ ਅੰਧ ਵਿਸ਼ਵਾਸ ਤੇ ਅਗਿਆਨਤਾ ਨੂੰ ਪ੍ਰਮੋਟ ਕਰਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਧਰਮ ਪੰਕਰ ਉਡਰਿਆ ਤੇ ਹਜ਼ੂਰ ਜ਼ਿਕਰ ਕਰਦੇ ਨੇ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਸੱਚ ਦਾ ਚੰਦਰਮਾ ਕਿਧਰੇ ਦਿਸਦਾ ਨਹੀਂ, ਹਉ ਭਾਲ ਵਿਕੁੰਨੀ ਹੋਈ ਅੰਧੇਰਾ, ਰਾਹ ਨਾ ਕੋਈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਬਿਲਕੁਲ ਹਨੇਰਾ ਮਨੁੱਖਤਾ ਦੇ ਸਾਹਮਣੇ, ਕੋਈ ਰਾਹ ਨਹੀਂ ਦਿਸਦਾ ਪਿਆ। ਤੇ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਜਦੋਂ ਪੋਲੀਟੀਕਲ ਸਿਸਟਮ ਜ਼ਾਲਮ ਬਣ ਚੁੱਕਾ ਸੀ, ਜਦੋਂ ਹਿੰਦੁਸਤਾਨ ਦਾ ਜਿਹੜਾ ਰਿਲੀਜੀਅਸ ਸੋ ਕਾਲਡ ਰਿਲੀਜੀਅਸ ਲੋਕ ਨੇ ਉਹ ਲੋਕਾਂ ਨੂੰ ਕੇਵਲ ਅੰਧ ਵਿਸ਼ਵਾਸਾਂ ਦੇ ਵਿੱਚ ਤੇ ਕਰਮ ਕਾਂਡਾਂ ਦੇ ਵਿੱਚ ਪਾ ਕੇ ਲੁੱਟ ਰਹੇ ਸੀ, ਮਨੁੱਖਾ ਜ਼ਿੰਦਗੀ ਦਾ ਇੱਕ ਵੀ ਕਾਰਜ ਨਹੀਂ ਸੀ ਸਵਾਰ ਰਹੇ, ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਮੰਨ ਰਹੇ ਸਰਿਓ ਨਾ ਏਕੈ ਕਾਜਾ, ਇੱਕ ਵੀ ਕਾਰਜ ਨਹੀਂ ਸੀ ਸੁਧਾਰ ਰਹੇ। ਜਿਹੜੇ ਅਸਲ ਦੇ ਵਿੱਚ ਉਹ ਸਮਾਂ ਜਦੋਂ ਸੁਸਾਇਟੀ ਬੰਦਾ ਆਪਣੇ ਪਾਪਾਂ ਕਰਕੇ ਆਪ ਹੀ ਇੰਨਾ ਜ਼ਿਆਦਾ ਦੁਖੀ ਇਨਸਾਨ ਹੋ ਗਿਆ। ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਜਿਵੇਂ ਲੁਕਾਈ ਨਹੀਂ, ਜਿਵੇਂ ਭਾਈ ਗੁਰਦਾਸ ਜੀ ਦੇ ਬਚਨ ਨੇ ਨਾ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਉਹ ਕਹਿੰਦੇ ਨੇ ਲੋਕਾਈ ਇੰਨੀ ਦੁਖੀ ਹੋਈ ਵੀ ਲੋਕਾਈ ਨੇ ਰੱਬ ਦੇ ਚਰਨਾਂ ਦੇ ਵਿੱਚ ਪੁਕਾਰ ਕੀਤੀ। ਜਦੋਂ ਪੁਕਾਰ ਕੀਤੀ, ਰੱਬ ਦਾ ਦਰਵਾਜ਼ਾ ਖੜਕਾਇਆ ਤੇ ਸਵਾਮੀ ਵਿਵੇਕਾਨੰਦ ਜੀ ਦੀ ਆਪਣੀ ਸ਼ਬਦਾਵਲੀ, ਉਹ ਕਹਿੰਦੇ ਨੇ ਮਨੁੱਖਤਾ ਦਾ ਦੁੱਖ ਵੇਖਣ ਦੇ ਲਈ ਰੱਬ ਨੇ ਦਰਵਾਜ਼ਾ ਖੋਲ੍ਹਿਆ ਤੇ ਮਨੁੱਖਤਾ ਦਾ ਦੁੱਖ ਵੇਖ ਕੇ ਰੱਬ ਤੋਂ ਵੀ ਰਿਹਾ ਨਾ ਗਿਆ। ਉਹਦੀਆਂ ਅੱਖਾਂ ਵੀ ਕਹਿੰਦੇ ਨੇ ਹੰਝੂਆਂ ਦੇ ਨਾਲ ਭਰੀਆਂ ਤੇ ਇੱਕ ਐਸਾ ਹੰਝੂ ਪੰਜਾਬ ਦੀ ਧਰਤੀ ਤੇ ਡਿੱਗਾ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਮਨੁੱਖਤਾ ਦੇ ਦੁੱਖ ਧੋ ਕੇ ਰੱਖ ਦਿੱਤੇ। ਉਹ ਅਕਾਲ ਪੁਰਖ ਦੀਆਂ ਰਹਿਮਤ ਦੀਆਂ ਨਜ਼ਰਾਂ ਦੇ ਵਿੱਚੋਂ ਡਿੱਗਾ ਹੋਇਆ ਹੰਝੂ ਹੀ ਗੁਰੂ ਨਾਨਕ ਦੇਵ ਜੀ ਸਨ। ਇਹ ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ। ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਨੇ ਜਦ ਪਾਪ ਦੀ ਜੰਜ ਬਨ ਜੋਰੀ ਦਾਨ ਮੰਗਦਾ ਆ ਗਿਆ, ਧਨ ਰੂਪ ਵੈਰੀ ਬਣ ਗਏ, ਜੀਵਨ ਦੁਹੇਲਾ ਆ ਗਿਆ। ਜਦ ਕਤਲ ਮਾਸੂਮਾਂ ਨੂੰ ਕਰ ਸਤੀਆਂ ਦੇ ਸੱਤ ਸੀ ਤੋੜਨ ਲੱਗੇ, ਅਦਲ ਅਰ ਇਨਸਾਫ ਤੇ ਜ਼ੁਲਮੀ ਹਨੇਰਾ ਛਾ ਗਿਆ। ਖਲਕਤ ਨਿਮਾਣੀ ਦੀਨ ਤਦ ਦਾਤਾ ਦੇ ਦਰ ਤੇ ਧਾ ਗਈ, ਰਹਿਮਤ ਉਛਾਲਾ ਮਾਰਿਆ ਉਹ ਬਣ ਕੇ ਨਾਨਕ ਆ ਗਈ। ਅਕਾਲ ਪੁਰਖ ਦੀ ਰਹਿਮਤ ਹੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਭੱਟ ਸਾਹਿਬਾਨ ਨੇ ਜ਼ਿਕਰ ਕੀਤਾ, ਉਹ ਰਹਿਮਤ ਹੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਲੈ ਕੇ ਤਲਵੰਡੀ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਨੇ, ਉਹਨਾਂ ਦੇ ਪਰਦਾਦਾ ਜੀ ਦਾ ਨਾਮ ਹੈ ਰਾਮ ਨਾਰਾਇਣ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਪਹਿਲੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਦੇ ਖਾਨਦਾਨ ਦੇ ਬਾਰੇ ਪਤਾ ਹੋਣਾ ਸਾਨੂੰ ਬੜਾ ਜ਼ਰੂਰੀ ਹੈ। ਉਹਨਾਂ ਦੇ ਪੁੱਤਰ ਸਨ ਸ਼ਿਵਰਾਮ ਜੀ ਤੇ ਸ਼ਿਵਰਾਮ ਜੀ ਦੀ ਪਤਨੀ ਸਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਸ਼ਿਵਰਾਮ ਜੀ, ਤੇ ਦਾਦੀ ਜੀ ਦਾ ਨਾਂ ਹਿਸਟੋਰੀਅਨ ਨੇ ਲਿਖਿਆ ਮਾਤਾ ਬਨਾਰਸੀ ਜੀ। ਤੇ ਉਹਨਾਂ ਦੇ ਘਰ ਅਸਲ ਦੇ ਵਿੱਚ ਦੋ ਪੁੱਤਰ ਸਨ, ਇੱਕ ਮਹਿਤਾ ਕਲਿਆਣ ਦਾਸ ਜੀ, ਦੂਸਰਾ ਭਾਈ ਲਾਲੋ ਜੀ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਦਾ ਨਾਂ ਭਾਈ ਰਾਮਾ ਜੀ, ਇਤਿਹਾਸਕਾਰਾਂ ਨੇ ਪਿਤਾ ਰਾਮਾ ਜੀ, ਤੇ ਉਹਨਾਂ ਦੀ ਪਤਨੀ ਸਬਰਾਈ। ਉਹਨਾਂ ਦੀ ਕੁੱਖ ਤੋਂ ਜਨਮ ਲਿਆ ਸੀ ਸਾਡੇ ਸਾਰਿਆਂ ਦੇ ਸਤਿਕਾਰਯੋਗ ਜਗਤ ਮਾਂ ਮਾਤਾ ਤ੍ਰਿਪਤਾ ਜੀ ਨੇ। ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਮਹਿਤਾ ਕਲਿਆਣ ਜੀ ਦੇ ਗ੍ਰਹਿ ਵਿਖੇ 15 ਅਪ੍ਰੈਲ, ਅੱਜ ਤੁਸੀਂ ਸਾਰਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਨੇ ਵੀ ਇਤਿਹਾਸ ਲਿਖਿਆ ਨਾ, ਚੁੱਕ ਕੇ ਵੇਖ ਲਓ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਤਿਹਾਸ ਦੀ ਸਰੀਰ ਕਰਕੇ ਜਨਮ ਦੀ ਪ੍ਰਕਾਸ਼ ਦੀ ਡੇਟ ਹੈ ਨਾ, ਤਾਰੀਖ, ਉਹ ਹੈ 15 ਅਪ੍ਰੈਲ ਸਨ 1469 ਨੂੰ ਰਾਏ ਭੋਇ ਦੀ ਤਲਵੰਡੀ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ।
ਤੁਸੀਂ ਵੇਖੋ ਕਈ ਵਾਰੀ ਅਸੀਂ ਕਹਿੰਦੇ ਆ ਵੀ ਅੱਜ ਵੇਖੋ ਜੀ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਜਾਂ ਲੋਕ ਬਦਲਣ ਲਈ ਤਿਆਰ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਦਿੱਤੀ, ਆਈਡੀਓਲੋਜੀ ਦਿੱਤੀ, ਵੈਸੇ ਤੇ ਗੁਰੂ ਸਾਹਿਬ ਜੀ ਦੀ ਆਪਣੀ ਹੀ ਆਬਜ਼ਰਵੇਸ਼ਨ ਇਹ ਸੀ ਵੀ ਕੋਟ ਮੱਧੇ ਕੋ ਵਿਰਲਾ ਸੇਵਕ, ਕਈ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਬੰਦਾ ਸੇਵਕ ਬਣਦਾ। ਪਰ ਅੱਜ ਵੀ ਵਿਰਲੇ ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਆਈਡੀਓਲੋਜੀ ਨੂੰ ਸਮਝਦੇ ਵੀ ਹੋਣ, ਸਿੱਖਾਂ 'ਚ ਹੱਥਾਂ ਤੇ ਗਿਣੇ ਜਾਣ ਜੋਗੇ ਹੋਣਗੇ ਤੇ ਉਹਦੇ ਮੁਤਾਬਕ ਜ਼ਿੰਦਗੀ ਜੀ ਰਹੇ ਹੋਣ, ਵੀ ਲੋਕ ਬਦਲਣ ਲਈ ਤਿਆਰ ਨਹੀਂ ਹੁੰਦੇ। ਤੇ ਮੈਂ ਕਈ ਵਾਰੀ ਅਰਜ਼ ਕਰਦਾ ਹੁੰਨਾ, ਵੇਖੋ ਸਾਡੇ ਅੰਦਰ ਕਿੰਨੀ ਜਿਹੜੀ ਆਪਣੇ ਵਿਚਾਰਾਂ ਦੇ ਪ੍ਰਤੀ ਕੰਫਰਮੇਸ਼ਨ ਬਾਇਸ ਹੈ। ਅਸੀਂ ਆਪ ਬਦਲਣ ਦੇ ਲਈ ਤਿਆਰ ਨਹੀਂ ਹੋਏ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਕੌਮ ਨੇ ਜਨਮ ਦਾ ਜਿਹੜਾ ਮਨਾਉਣ ਦਾ ਮਹੀਨੇ ਬਦਲਤੇ ਨੇ, ਕਿਧਰ ਕੱਤੇ ਦੇ ਵਿੱਚ, ਅੱਜ ਕੱਲ੍ਹ ਮੱਘਰ ਦੇ ਵਿੱਚ ਅਸੀਂ ਮਨਾ ਰਹੇ ਹਾਂ। ਪਰ ਜਦੋਂ ਲਿਖਤੀ ਤੌਰ ਤੇ ਗੱਲ ਚੱਲਦੀ ਹਰ ਥਾਂ ਦੇ ਉੱਤੇ ਹੀ ਤੁਹਾਨੂੰ ਮਿਲੇਗਾ 15 ਅਪ੍ਰੈਲ ਸਨ 1469 ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਰੀਰ ਕਰਕੇ ਜਨਮ ਹੋਇਆ। ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਦੋਂ ਹੁੰਦਾ ਆਗਾਜ਼, ਉਹ ਸਰੀਰ ਦਾ ਜਨਮ ਨਹੀਂ, ਇੱਕ ਆਈਡੀਓਲੋਜੀ ਦਾ ਆਗਾਜ਼ ਅਸਲ ਦੇ ਵਿੱਚ ਧਰਤੀ ਦੇ ਉੱਤੇ ਵਾਪਰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਪਹਿਲੇ ਦਰਸ਼ਨ ਦਾਈ ਦੌਲਤਾਂ ਨੇ ਕੀਤੇ ਨੇ। ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਸੀਂ ਸ਼ਬਦ ਕਈ ਪੜ੍ਹਨੇ ਆ ਨਾ, ਸਾਧ ਕੈ ਸੰਗ ਨਾਹੀ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਾਈ ਦੌਲਤਾਂ ਵੀ ਰਹਿੰਦੀ ਦੁਨੀਆ ਤੱਕ ਅਮਰ ਹੋ ਗਈ ਜਦੋਂ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਰਹੇਗਾ। ਤੇ ਪਹਿਲੀ ਵਾਰੀ ਦਰਸ਼ਨ ਜਿਨ੍ਹਾਂ ਨੇ ਕੀਤੇ ਨੇ ਉਹ ਦਾਈ ਦੌਲਤਾਂ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਦੇ ਹੋਰ ਰਿਸ਼ਤੇਦਾਰ ਵੀ ਨੇ, ਗੁਰੂ ਸਾਹਿਬ ਜੀ ਦੇ ਪੁੱਤਰ ਵੀ ਨੇ। ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਪਿਰਿਚੁਅਲਿਟੀ ਦੀ ਜਿਹੜੀ ਵੱਡੀ ਪ੍ਰਾਪਤੀ ਹੈ ਉਹ ਉਹਨਾਂ ਦੀ ਹੀ ਮੰਨੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ, ਵਿਚਾਰਧਾਰਾ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਹੋਵੇ। ਪਰ ਉਹ ਆਤਮਾਵਾਂ ਵੀ ਰਹਿੰਦੀ ਦੁਨੀਆ ਤੱਕ ਮਸ਼ਹੂਰ ਤੇ ਧੰਤਾ ਦੇ ਯੋਗ ਹੋ ਗਈਆਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕੀਤੇ। ਮਾਤਾ ਤ੍ਰਿਪਤਾ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਜਨਮ ਹੁੰਦਾ ਉਸ ਤੋਂ ਬਾਅਦ ਤੁਸੀਂ ਵੇਖੋ ਇੱਕ ਘਟਨਾ ਆਮ ਕਰਕੇ ਹਿਸਟੋਰੀਅਨ ਬਿਆਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਬਾਰੇ। ਜਦੋਂ ਨਾਂ ਡਿਕਲੇਅਰ ਕੀਤਾ ਨਾ ਤੇ ਕਹਿੰਦੇ ਨੇ ਉਦੋਂ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੰਡਿਤ ਲੋਕ ਨਾਮ ਡਿਕਲੇਅਰ ਕਰਦੇ ਸਨ, ਤੇ ਉਹਨਾਂ ਨੇ ਕਿਹਾ ਵੀ ਨਾ ਹਿੰਦੂਆਂ ਵਾਲਾ ਨਾਮ ਹੈ ਨਾ ਇਹ ਮੁਸਲਮਾਨਾਂ ਵਾਲਾ ਨਾਮ। ਤੇ ਕਈ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਬੜੇ ਵਿਦਵਾਨਾਂ ਨੇ, ਤੁਸੀਂ YouTube ਖੋਲੋ ਕਿਧਰੇ ਵੀ ਕਥਾ ਲੈਕਚਰ ਸੁਣੋ, ਬੜੇ ਅਰਥ ਕੀਤੇ ਨੇ। ਕਈ ਤੇ ਲੋਕ ਕਹਿੰਦੇ ਨਾਨਕ ਦੋ ਨੰਨੇ ਲੱਗੇ ਹੋਏ ਨੇ। ਪਹਿਲੇ ਨੰਨੇ ਦਾ ਮਤਲਬ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਵੀ ਜਿਹੜੀ ਹਿੰਦੂਇਜ਼ਮ ਦੀ ਆਈਡੀਓਲੋਜੀ ਸੀ ਉਹਨੂੰ ਗੁਰੂ ਸਾਹਿਬ ਨਾ ਕਹਿ ਰਹੇ ਨੇ। ਦੂਜੇ ਨਾਂ ਦੇ ਵਿੱਚ ਨੰਨੇ ਦੇ ਵਿੱਚ ਅਸਲ ਦੇ ਵਿੱਚ ਇਸਲਾਮ ਦੀ ਆਈਡੀਓਲੋਜੀ ਨੂੰ ਨਾ ਕੀਤਾ ਜਾ ਰਿਹਾ। ਕੱਕੇ ਦਾ ਮਤਲਬ ਕਰਤਾਰੀ, ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰੀਅਲ ਵਿਚਾਰਧਾਰਾ ਹਿਊਮੈਨਿਟੀ ਲਈ ਹੋਣੀ ਚਾਹੀਦੀ, ਉਹਨੂੰ ਵੈਲਕਮ ਜਿਹੜਾ ਉਹਦਾ ਆਗਾਜ਼ ਹੋ ਰਿਹਾ ਹੈ। ਕਈਆਂ ਨੇ ਫਿਰ ਜਿਹੜਾ ਭਾਈ ਨੰਦ ਲਾਲ ਜੀ ਦਾ ਇੱਕ ਸ਼ੇਰ ਲੈ ਕੇ, ਹਰ ਦੋ ਨੂਨੇ ਪਾਕਸ਼ਰਾ ਨਾਇਮੋ ਨਾਸੀਰ ਅਲਫ ਮਿਆਨਾ ਕਾਫਰਾ ਆਖਰੀ ਕਬੀਰ, ਵੀ ਪਹਿਲੇ ਨੰਨੇ ਦਾ ਮਤਲਬ ਨਾਇਮ, ਨਾਸੀਰ ਵੀ ਦਾਤਾ ਮਦਦਗਾਰ, ਕੱਕੇ ਦਾ ਮਤਲਬ ਸਭ ਤੋਂ ਵੱਡਾ, ਕਬੀਰ ਦਾ ਮਤਲਬ ਵੱਡਾ ਹੁੰਦਾ। ਤੇ ਉਹਨਾਂ ਨੇ ਕਿਹਾ ਦੁਨੀਆ ਦੇ ਸਭ ਤੋਂ ਵੱਡੇ ਦਾਤੇ ਤੇ ਮਨੁੱਖਤਾ ਦੇ ਮਦਦਗਾਰ ਨੇ ਧੰਨ ਗੁਰੂ ਨਾਨਕ ਸਾਹਿਬ। ਨੋ ਡਾਊਟ ਵੀ ਗੁਰੂ ਨਾਨਕ ਸਾਹਿਬ ਆਪਣੇ ਆਪ ਦੇ ਵਿੱਚ ਬੜੀ ਮਹਾਨ ਸ਼ਖਸੀਅਤ ਨੇ। ਤੇ ਜਦੋਂ ਕਿਧਰੇ ਉਹਨਾਂ ਦੀ ਆਈਡੀਓਲੋਜੀ ਦੀ ਗੱਲ ਕਰੀਏ, ਕੋਈ ਬੰਦਾ ਨਾਂ ਕਰਕੇ ਮਹਾਨ ਨਹੀਂ ਹੁੰਦਾ ਵੀ ਉਹਦਾ ਪਾਰਟਿਕੂਲਰ ਨਾਂ ਦੇ ਅੱਖਰ ਉਹ ਰੱਖ ਦਿੱਤੇ ਜਾਂਦੇ ਨੇ, ਇਸ ਕਰਕੇ ਉਹ ਫੇਮਸ ਹੋ ਜਾਂਦਾ ਜਾਂ ਇਸ ਕਰਕੇ ਹੀ ਉਹ ਮਹਾਨ ਹੋ ਸਕਦਾ। ਹਾਲਾਂਕਿ ਇਹਦਾ ਆਪਣੀ ਇੱਕ ਸਾਈਕੋਲੋਜੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹ ਗੱਲ ਕਹਿੰਦੀ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ, ਜਿੱਤੇ ਚੁਗੈ ਦਾਣੇ। ਗੁਰੂ ਨਾਨਕ ਸਾਹਿਬ ਆਪਣੇ ਆਪ ਦੇ ਵਿੱਚ ਕੰਮ ਇੰਨੇ ਮਹਾਨ ਕੀਤੇ ਨੇ, ਕਹਿਣ ਦਾ ਮਤਲਬ ਕੋਈ ਵੀ ਉਹਨਾਂ ਦਾ ਨਾਮ ਰੱਖ ਦਿੱਤਾ ਜਾਂਦਾ ਨਾ, ਉਹਨਾਂ ਨੇ ਫੇਮਸ ਹੋਣਾ ਹੀ ਹੋਣਾ ਸੀ। ਉਹ ਐਕਸਟਰਾ ਆਰਡੀਨਰੀ ਪਰਸਨੈਲਿਟੀ ਸਨ ਧਰਤੀ ਦੀ।
ਉਹਨਾਂ ਨੇ ਅਸਲ ਦੇ ਵਿੱਚ ਤੁਸੀਂ ਵੇਖੋ ਜਿੰਨੇ ਵੀ ਭਾਵੇਂ ਫਿਲਾਸਫਰ ਹੋਣ, ਭਾਵੇਂ ਸਾਈਕੋਲੋਜਿਸਟ ਸਿਗਮੰਡ ਫਰਾਇਡ, ਹੋਰ ਜਿਹੜੇ ਹੋਣ, ਭਾਵੇਂ ਵੱਡੇ ਵੱਡੇ ਦੁਨੀਆ ਦੇ ਅੰਦਰ ਸੋਸ਼ਲ ਰਿਫਾਰਮਿਸਟ ਹੋਣ, ਸਾਇੰਟਿਸਟ ਹੋਣ, ਐਡੀਸਨ ਆਇਨਸਟੀਨ ਵਰਗੇ, ਉਹ ਨਵਾਂ ਕਰਕੇ ਨਹੀਂ ਬੰਦੇ ਮਹਾਨ ਹੋਏ। ਉਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਕੀ ਦੇਣ ਦਿੱਤੀ ਹੈ, ਇਸ ਕਰਕੇ ਮਹਾਨ ਹੋਏ ਨੇ। ਉਹਨਾਂ ਨੇ ਹਿਊਮੈਨਿਟੀ ਲਈ ਵਰਕ ਕਿੰਨਾ ਕੀਤਾ। ਇਸ ਕਰਕੇ ਜਦੋਂ ਕੋਈ ਹਿਊਮੈਨਿਟੀ ਲਈ ਵਰਕ ਕਰਦਾ ਹੈ, ਕੰਮ ਕਰਦਾ ਹੈ, ਤੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਪ੍ਰਗਟ ਹੁੰਦਾ। ਅਸਲ ਦੇ ਵਿੱਚ ਉਹ ਛਪਦਾ ਨਹੀਂ, ਕਿਉਂਕਿ ਉਹਨੇ ਆਪਣਾ ਰੋਲ ਇੰਨਾ ਵੱਡਾ ਪਲੇਅ ਕੀਤਾ ਹੁੰਦਾ ਕੁਦਰਤ ਦੇ ਅੰਦਰ। ਤੇ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਵੀ ਨਾਂ ਹੁੰਦਾ, ਉਹਨਾਂ ਨੇ ਮਸ਼ਹੂਰ ਰਹਿੰਦੀ ਦੁਨੀਆ ਤੱਕ ਹੋਣਾ ਹੀ ਹੋਣਾ ਸੀ। ਅਸਲ ਦੇ ਵਿੱਚ ਜ਼ਾਹਰ ਪੀਰ ਜਗਤ ਗੁਰੂ ਬਾਬਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਇਹੋ ਜਿਹੇ ਮਹਾਨ ਸਤਿਗੁਰੂ ਸਮਾਂ ਆਪਣੀ ਚਾਲੇ ਚੱਲਦਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦਾ ਬਚਪਨ ਥੋੜ੍ਹਾ ਜਿਹਾ ਬਤੀਤ ਹੁੰਦਾ ਹੈ। ਫਿਰ ਉਹਨਾਂ ਦੀ ਐਜੂਕੇਸ਼ਨ ਦਾ ਸਮਾਂ ਆਉਂਦਾ ਹੈ। 7 ਕੁ ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜਿਹੜਾ 7 ਤੋਂ ਲੈ ਕੇ 13 ਤੱਕ ਹਿਸਟੋਰੀਅਨ ਕਹਿੰਦੇ ਨੇ 6 ਸਾਲ ਅੱਖਰੀ ਵਿੱਦਿਆ ਜਿਹੜੀ, ਵੇਖੋ 2 ਤਰ੍ਹਾਂ ਦੀ ਵਿੱਦਿਆ ਜਿਹੜੀ ਅਸੀਂ ਆਪਾਂ ਦੁਨੀਆ ਤੇ ਜੇ ਤੇ ਸਪਿਰਿਚੁਅਲਿਟੀ ਦੀ ਗੱਲ ਕਰੀਏ, ਗੁਰਬਾਣੀ ਦੀ ਗੱਲ ਕਰੀਏ, ਤੇ ਸਾਡੇ ਕੋਲ ਇੱਕ ਕਨਸੈਪਟ ਹੈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜਾਂ ਗੁਰੂ ਸਾਹਿਬ ਜੀ ਦੇ ਸ਼ਬਦ ਅਸੀਂ ਪੜ੍ਹਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾ ਲਓ। ਕਈ ਵਾਰੀ ਇਹ ਗੱਲ ਕਹੀ ਜਾਂਦੀ ਵੀ ਅਸਲ ਦੇ ਵਿੱਚ ਵੇਖੋ ਗੁਰੂ ਨਾਨਕ ਸਾਹਿਬ ਨੇ ਨਾ ਬੜੀ ਨਵੀਂ ਵਿਚਾਰਧਾਰਾ ਜਿਹੜੀ ਦੁਨੀਆ ਤੇ ਐਗਜ਼ਿਸਟ ਨਹੀਂ ਸੀ ਕੀਤੀ, ਇਲਾਹੀ ਬਾਣੀ ਇਹੋ ਜਿਹੀ ਉਚਾਰਨ ਕੀਤੀ। ਔਰ ਨੋ ਡਾਊਟ ਵੀ ਬਾਣੀ ਇੰਨੀ ਮਹਾਨ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ, ਉਹਦੇ ਬਰਾਬਰ ਕੋਈ ਨਹੀਂ। ਪਰ ਦੁਨੀਆ ਦੇ ਅੰਦਰ ਇਹਨੂੰ ਸਮਝਣਾ ਕਿਵੇਂ ਬਾਣੀ ਆਈ, ਜਿਹੜਾ ਉਹ ਸਪਿਰਿਚੁਅਲ ਨੌਲੇਜ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਆਪ ਕਹਿੰਦੇ ਨੇ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਵਣ ਆਰੰਭ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਤੇ ਗੁਰੂ ਨਾਨਕ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿੰਦੇ ਨੇ। ਤੁਸੀਂ ਵੇਖੋ ਜਦੋਂ ਦੁਨੀਆ ਤੇ ਬੰਦਾ ਵਿਚਰਦਾ ਨਾ, ਆਮ ਬੰਦਾ, ਤੇ ਗਿਆਨ ਦੇ ਕੁਝ ਮੈਥਡ ਨੇ। ਇੱਕ ਤੇ ਸੈਂਸਰੀ ਸਾਡਾ ਨੌਲੇਜ ਹੁੰਦਾ, ਅੱਖਾਂ ਵੇਖਦੀਆਂ, ਕੰਨ ਸੁਣਦੇ ਨੇ, ਅਸੀਂ ਇਹਨੂੰ ਜਿਹੜਾ ਸ਼ਾਰਪ ਕਰਨ ਦਾ ਸਾਰੀ ਜ਼ਿੰਦਗੀ ਯਤਨ ਕਰਦੇ ਰਹਿੰਦੇ ਹਾਂ, ਤੇ ਆਪਣੀ ਅਬਜ਼ਰਵੇਸ਼ਨ ਰਾਹੀਂ, ਐਕਸਪੈਰੀਮੈਂਟੇਸ਼ਨ ਦੇ ਰਾਹੀਂ, ਐਨਾਲਿਸਿਸ ਕਰਕੇ ਬੰਦਾ ਹਾਸਲ ਕਰਦਾ ਗਿਆਨ। ਉਹ ਸਾਰਿਆਂ ਦਾ ਵੱਖਰਾ ਵੱਖਰਾ ਹੋ ਸਕਦਾ। ਸੈਂਸਰੀ ਨੌਲੇਜ ਵੀ ਜਿੰਨਾ ਬੰਦਾ ਨੌਲੇਜ ਵਾਲਾ ਹੋਏਗਾ ਉਹਨਾਂ ਹੁੰਦਾ। ਦੂਸਰਾ ਨੌਲੇਜ ਹੁੰਦਾ ਰੈਸ਼ਨਲ ਵੇ ਨਾਲ। ਜਦੋਂ ਅਸੀਂ ਪਾਰਟੀਕੂਲਰ ਸਟੱਡੀ ਕਰਦੇ ਹਾਂ, ਜਿਵੇਂ ਸਕੂਲ ਨੇ, ਕਾਲਜਿਸ ਨੇ, ਟੀਚਰਸ ਨੇ, ਬੜੀਆਂ ਬੁੱਕਸ ਅਵੇਲੇਬਲ ਨੇ ਦੁਨੀਆ ਤੇ ਕਿਉਂਕਿ ਉਹ ਵੀ ਇੱਕ ਹੁੰਦਾ ਗਿਆਨ ਹਾਸਲ ਕਰਨ ਦਾ, ਜਿਹਨੂੰ ਫਿਲਾਸਫਰਾਂ ਦੀ ਦੁਨੀਆ ਦੇ ਵਿੱਚ ਕਿਹਾ ਜਾਂਦਾ ਹਨੀ ਬੀ ਮੈਥਡ। ਜਿਵੇਂ ਮੱਖੀ ਹੈ ਨਾ, ਉਹ ਫੁੱਲਾਂ ਤੋਂ ਨੈਕਟਰ ਜਿਹੜੀ ਰਸ ਕੱਢਦੀ ਹੈ, ਫਿਰ ਤੁਹਾਨੂੰ ਪਤਾ ਸ਼ਾਇਦ ਕਿਵੇਂ ਬਣਦਾ। ਇੱਕ ਮੱਖੀ ਦੂਜੇ ਦੇ ਮੂੰਹ ਦੇ ਵਿੱਚ ਵੋਮਿਟ ਕਰਦੀ ਹੈ, ਦੂਸਰੀ ਤੀਸਰੇ ਦੇ ਵਿੱਚ, ਤੇ ਇਸ ਤਰ੍ਹਾਂ ਉਹਨਾਂ ਕੋਲੋਂ ਪ੍ਰੋਸੈਸ ਹੋ ਕੇ ਆਉਂਦਾ। ਇੱਕ ਨੌਲੇਜ ਦੇ ਅਸੀਂ ਜਨਰੇਸ਼ਨ ਟੂ ਜਨਰੇਸ਼ਨ ਜਿੰਨਾ ਹਿਊਮੈਨਿਟੀ ਕੋਲ ਅਵੇਲੇਬਲ ਹੈ, ਅਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ, ਕਾਲਜਾਂ ਦੇ ਵਿੱਚ, ਬੁੱਕਾਂ ਤੋਂ, ਮੀਡੀਆ ਰਾਹੀਂ ਇਹ ਨੌਲੇਜ ਹਾਸਲ ਕਰ ਰਹੇ ਹਾਂ। ਦੂਸਰਾ ਨੌਲੇਜ ਹੁੰਦਾ ਸਪਾਈਡਰ ਵੈਬ ਜਿਹੜਾ ਮੈਥਡ, ਜਿਵੇਂ ਮੱਕੜੀ ਆਪਣੇ ਅੰਦਰੋਂ ਪੈਦਾ ਕਰਦੀ ਨਾ ਜਾਲਾ, ਇਸ ਤਰ੍ਹਾਂ ਕੁਝ ਆਪਣੇ ਅੰਦਰੋਂ ਗਿਆਨ ਪੈਦਾ ਕੀਤਾ ਜਾਂਦਾ, ਤੇ ਉਹ ਵੀ ਆਪਣੇ ਐਕਸਪੀਰੀਅੰਸ ਦੇ ਆਧਾਰ ਤੇ। ਜਿਹੜਾ ਨੌਲੇਜ 3 ਢੰਗ ਦੇ ਨਾਲ ਬ੍ਰਾਂਚਿਸ ਦੇ ਵਿੱਚੋਂ ਨਿਕਲਦਾ ਹੈ। ਜਿਵੇਂ ਇੱਕ ਨੌਲੇਜ ਹੈ ਸੈਂਸਰੀ ਨੌਲੇਜ, ਦੂਸਰਾ ਹੈ ਰੈਸ਼ਨੈਲਿਟੀ ਜਿਹੜਾ ਅਸੀਂ ਲਰਨ ਕਰਦੇ ਹਾਂ ਇੰਸਟੀਟਿਊਸ਼ਨਸ ਤੋਂ, ਤੀਸਰਾ ਨੌਲੇਜ ਹੈ ਜਿਹੜਾ ਇੰਟਿਊਸ਼ਨ, ਬੰਦੇ ਨੂੰ ਜਿਹੜਾ ਕਿਧਰੇ ਵੀ ਬੰਦੇ ਨੇ ਨਾ ਬੁੱਕ ਤੋਂ ਪੜ੍ਹਿਆ ਹੁੰਦਾ, ਨਾ ਕਿਸੇ ਕੋਲੋਂ ਸਿੱਖਿਆ ਹੁੰਦਾ, ਉਹਨੂੰ ਕੁਦਰਤ ਇਸ ਤਰ੍ਹਾਂ ਕਹਿ ਲਓ ਵੀ ਐਕਸਟਰਾ ਆਰਡੀਨਰੀ ਪਰਸਨੈਲਿਟੀਜ਼ ਪੈਦਾ ਕਰਦੀ। ਜਿਵੇਂ ਮੈਂ ਐਗਜ਼ਾਮਪਲ, ਔਰ ਕੇਵਲ ਧਰਮ ਦੇ ਫੀਲਡ 'ਚ ਨਹੀਂ ਵਾਪਰਦਾ, ਉਹ ਸਾਰੇ ਫੀਲਡ 'ਚ ਵਾਪਰਦਾ। ਐਡੀਸਨ ਨੇ ਬਲਬ ਬਣਾਇਆ, ਉਹਨੇ ਕਿਧਰੋਂ ਨਹੀਂ ਸੀ, ਜਿਹੜੀ ਉਦੋਂ ਅਵੇਲੇਬਲ ਨਹੀਂ ਸੀ। ਰਾਈਟਸ ਬ੍ਰਦਰ ਨੇ ਜਦੋਂ ਐਰੋਪਲੇਨ ਬਣਾ ਦਿੱਤਾ, ਫੋਨ ਹੈ, ਸਾਇੰਸ ਦੀਆਂ ਜਿੰਨੀਆਂ ਇਨਵੈਂਸ਼ਨਸ ਨੇ ਤੇ ਜਿੰਨੀਆਂ ਥਿਊਰੀਜ਼ ਪ੍ਰਿੰਸੀਪਲਸ ਨੇ, ਜਿਹੜਾ ਅਵੇਲੇਬਲ ਅੱਜ ਹਿਊਮੈਨਿਟੀ ਕੋਲ ਨੌਲੇਜ ਹੈ, ਇਹ ਵੱਖ-ਵੱਖ ਬੰਦਿਆਂ ਦੇ ਰਾਹੀਂ ਉਤਰਿਆ ਹੋਇਆ ਧਰਤੀ ਤੇ ਨੌਲੇਜ ਹੈ। ਐਕਸਪੀਰੀਅੰਸ ਦੇ ਵਿੱਚੋਂ, ਇੰਟਿਊਸ਼ਨ ਦੇ ਵਿੱਚੋਂ, ਇਨੋਵੇਸ਼ਨ ਜਿਹੜੀ ਵਾਪਰਦੀ ਜਦੋਂ ਜਿਹੜਾ ਇਨੋਵੇਟਿਵ ਹੋ ਕੇ ਕੋਈ ਸੋਚਦਾ। ਇਸੇ ਤਰ੍ਹਾਂ ਧਰਮ ਦਾ ਜਿਹੜਾ ਫੀਲਡ ਹੁੰਦਾ, ਉਹਦੇ 'ਚ
ਪ੍ਰੋਫਿਟਸ ਦੇ ਰਾਹੀਂ ਨੌਲੇਜ ਆਉਂਦਾ। ਤੇ ਗੁਰੂ ਨਾਨਕ ਸਾਹਿਬ ਨੇ ਉਹ ਨੌਲੇਜ ਜਿਹੜਾ ਦੁਨੀਆ ਤੇ ਅਵੇਲੇਬਲ ਨਹੀਂ ਸੀ, ਵੱਖਰਾ ਜਿਹੜਾ ਨੌਲੇਜ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਪੈਦਾ ਕੀਤਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਤੇ ਸਪਿਰਿਚੁਅਲਿਟੀ ਦੀ ਗੱਲ ਆਉਂਦੀ ਹੈ, ਧਰਮ ਦੀ, ਖਾਸ ਕਰਕੇ ਸਿਖਰ ਦੁਨੀਆ ਨੂੰ ਡਾਇਰੈਕਸ਼ਨ ਦੇਣ ਵਾਲੀ, ਉਦੋਂ ਉਹਨਾਂ ਦਾ ਕੋਈ ਵੀ ਗੁਰੂ ਨਹੀਂ ਹੈ। ਉਦੋਂ ਉਹਨਾਂ ਦਾ ਗਿਆਨ ਗੁਰੂ ਹੈ। ਤੇ ਗਿਆਨ ਦੇ ਮੈਥਡ ਤੁਹਾਡੇ ਸਾਹਮਣੇ ਸਾਂਝੇ ਕਰ ਦਿੱਤੇ ਨੇ। ਇੱਕ ਸੈਂਸਰੀ ਨੌਲੇਜ ਹੈ, ਰੈਸ਼ਨਲ ਨੌਲੇਜ ਹੈ, ਜਾਂ ਬੰਦੇ ਦਾ ਇੰਟਿਊਸ਼ਨ ਹੈ, ਜਾਂ ਵੱਖ-ਵੱਖ ਢੰਗ ਦੇ ਰਾਹੀਂ ਜੋ ਸਿੱਖਦਾ ਬੰਦਾ, ਜਾਂ ਕੁਝ ਆਪਣਾ ਅੰਦਰੋਂ ਪੈਦਾ ਕਰਦਾ, ਕੁਦਰਤ ਐਕਸਟਰਾ ਆਰਡੀਨਰੀ ਪਰਸਨੈਲਿਟੀਜ਼ ਪੈਦਾ ਕਰਦੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਜਿਹੜਾ ਦੁਨੀਆ ਦੇ ਲੋਕਾਂ ਨੂੰ ਡਾਇਰੈਕਸ਼ਨ ਦਿੱਤੀ, ਉਹ ਨੌਲੇਜ ਹਾਸਲ ਕਰਨ ਲਈ ਦੁਨਿਆਵੀ ਉਹਨਾਂ ਦਾ ਕੋਈ ਗੁਰੂ ਨਹੀਂ ਸੀ, ਉਹ ਸ਼ਬਦ ਗੁਰੂ ਸੀ। ਪਰ ਜਦੋਂ ਐਜੂਕੇਸ਼ਨ ਦੀ ਗੱਲ, ਅੱਖਰੀ ਵਿੱਦਿਆ ਦੀ ਗੱਲ ਆਉਂਦੀ ਹੈ, ਤੇ 7 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਜਿਹੜਾ ਗੋਪਾਲ ਦਾਸ ਜੀ ਦੇ ਕੋਲ ਪੜ੍ਹਦੇ ਨੇ, ਜਿਹੜੇ ਪਹਿਲੇ ਉਹਨਾਂ ਦੇ ਟੀਚਰ ਨੇ, ਅੱਖਰੀ ਮੈਥ ਤੇ ਅੱਖਰੀ ਵਿੱਦਿਆ ਦੀ ਦਾਤ ਦਿੰਦੇ ਨੇ। ਉਸ ਤੋਂ ਬਾਅਦ ਬ੍ਰਿਜ ਲਾਲ ਜਿਹੜਾ ਪੰਡਤ ਹੈ, ਅਸਲ ਦੇ ਵਿੱਚ ਉਹਦੇ ਕੋਲੋਂ ਗੁਰੂ ਸਾਹਿਬ ਸੰਸਕ੍ਰਿਤ ਸਿੱਖਦੇ ਨੇ। ਤੇ ਤੀਸਰਾ ਜਿਹੜੇ ਅਗਲੇ 2 ਸਾਲ ਹੁੰਦੇ ਨੇ, ਉਹ ਕੁਤਬਦੀਨ ਦਾ ਜ਼ਿਕਰ ਆ ਵੀ ਉਹਦੇ 'ਚੋਂ ਅਰਬੀ, ਫਾਰਸੀ, ਜਿਹੜਾ ਪਰਸ਼ੀਅਨ ਲਿਟਰੇਚਰ ਤੋਂ ਨੌਲੇਜ ਆ ਰਿਹਾ, ਉਹ ਗੁਰੂ ਸਾਹਿਬ ਜੀ ਹਾਸਲ ਕਰਦੇ ਨੇ, ਸਾਨੂੰ ਸਿਖਾਉਣ ਦੇ ਲਈ ਵੀ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ। ਤੇ ਗੁਰੂ ਸਾਹਿਬ ਆਪਣੀ ਜ਼ਿੰਦਗੀ 'ਚ ਜਦੋਂ ਉਹਨਾਂ ਨੂੰ ਪੁੱਛਿਆ ਵੀ ਜਾਂਦਾ ਹੈ ਨਾ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਭੇਖ ਨਿਵਾਸੀ, ਕਿਸ ਵਕਰ ਕੇ ਤੁਮ ਬੰਜਾਰੇ, ਕਿਉਂ ਕਰ ਸਾਥ ਲੰਘਾਵੋ ਭਾਰੇ। ਤੇ ਗੁਰੂ ਸਾਹਿਬ ਜੀ ਨੌਲੇਜ ਸਾਡੇ ਲਈ ਅਵੇਲੇਬਲ ਕਰਾਉਣ ਦੇ ਲਈ, ਵੇਖੋ ਗਿਆਨ ਦੇ ਨਾਲ ਜੋੜਨਾ ਸੀ। ਬਾਬਾ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਜੀ, ਉਹਨਾਂ ਭਗਤਾਂ ਦੇ ਕੋਲ ਵੀ ਵਿਜ਼ਿਟ ਕਰਦੇ ਨੇ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਰੂਆਤੀ ਦੌਰ ਹੈ, ਜਦੋਂ ਗੁਰੂ ਸਾਹਿਬ ਇਸ ਧਰਤੀ ਤੇ ਆਉਂਦੇ ਨੇ, ਤਸ਼ਰੀਫ ਰੱਖਦੇ ਨੇ। ਫਿਰ ਉਹਨਾਂ ਦੇ ਘਰ ਦੇ ਵਿੱਚ, ਕਿਉਂਕਿ ਇੱਕ ਅਲੀਟ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ, ਉੱਥੇ ਹਿੰਦੂਇਜ਼ਮ ਦੀ ਆਈਡੀਓਲੋਜੀ ਹੈ। ਤੇ ਜਦੋਂ ਉਹਨਾਂ ਦਾ ਪ੍ਰੋਫੈਸ਼ਨਲੀ ਪਿਤਾ ਦੇ ਨਾਲ ਵਿਚਰਦਿਆਂ ਵਾਹ ਪੈਂਦਾ, ਰਾਏ ਬੁਲਾਰ ਵਰਗਿਆਂ ਦਾ ਵਾਹ ਪੈਂਦਾ, ਉੱਥੇ ਇੱਕ ਅੱਲਾ ਦਾ ਕਨਸੈਪਟ ਹੈ, ਜਿੱਥੇ ਦੇਵੀ ਦੇਵਤਿਆਂ ਦੀ ਕੋਈ ਵੀ ਰਿਸਪੈਕਟ ਨਹੀਂ ਹੈ, ਬੁੱਤ ਪ੍ਰਸਤੀ ਨਹੀਂ ਹੈ, ਟੋਟਲੀ ਵੱਖਰੀ ਆਈਡੀਓਲੋਜੀ ਹੈ। ਤੇ ਬਚਪਨ ਤੋਂ ਪਿਤਾ ਨੇ ਖੁੱਲ੍ਹਾ ਮਾਹੌਲ ਦਿੱਤਾ, ਜਿਸ ਕਰਕੇ ਜਦੋਂ ਵੱਡੇ ਘਰਾਂ, ਕਿਉਂਕਿ ਐਜੂਕੇਸ਼ਨ ਜਿਹੜੀ ਹੈ ਨਾ, ਅਸਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਤੇ ਕਈ ਪਿੰਡਾਂ ਦੇ ਵਿੱਚੋਂ ਇੱਕ ਅੱਧਾ ਬੰਦਾ ਪੜ੍ਹਦਾ ਸੀ। ਅੱਜ ਵੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਨਾ, ਉਸ ਸਮੇਂ 12% ਸੀ ਐਜੂਕੇਸ਼ਨ ਦਾ ਰੇਟ। ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ ਕਈ ਪਿੰਡਾਂ ਦੇ ਵਿੱਚੋਂ ਕਿਧਰੇ ਜਿਹੜਾ ਅਸਲ ਦੇ ਵਿੱਚ ਕੋਈ ਇਨਸਾਨ ਪੜ੍ਹਦਾ ਸੀ। ਤੇ ਗੁਰੂ ਸਾਹਿਬ ਜੀ ਨੇ ਉਹ ਗਿਆਨ ਜਿਹੜਾ ਸ਼ੁਰੂ ਤੋਂ ਹੀ ਰੈਸ਼ਨਲ ਵੇ ਦੇ ਨਾਲ ਜਿਹੜਾ ਦੁਨੀਆ ਨੂੰ ਅਬਜ਼ਰਵ ਕਰਕੇ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਸਿੱਖਿਆ, ਤੇ ਨਵੀਂ ਇੱਕ ਰੱਬ ਦਾ ਸਰੂਪ, ਆਤਮਾ ਦੀ ਤਰੱਕੀ, ਸੁਸਾਇਟੀ ਦੇ ਲਈ ਨੌਲੇਜ, ਪੋਲੀਟੀਕਲ ਸਿਸਟਮ, ਇਕਨੋਮਿਕਲੀ ਸਿਸਟਮ ਦੇਣ ਦੇ ਲਈ ਇੱਕ ਗੁੱਡ ਹਿਊਮਨ ਬੀਇੰਗ ਕਿਵੇਂ ਬਣ ਸਕਦੇ ਆ, ਉਹ ਨੌਲੇਜ ਕਿਵੇਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਇਹਨੂੰ ਹੀ ਆਪਾਂ ਕੰਟੀਨਿਊ ਕੱਲ੍ਹ ਦੇ ਦੀਵਾਨ ਦੇ ਅੰਦਰ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ। ਤੁਹਾਡਾ ਜੇ ਕੋਈ ਸਪੈਸ਼ਲ, ਕਈ ਵਾਰੀ ਇਤਿਹਾਸ ਦੀਆਂ ਸਾਖੀਆਂ ਹੀ ਅਸੀਂ ਸੁਣਨੀਆਂ ਹੁੰਦੀਆਂ, ਕਈ ਵਾਰੀ ਮੇਰਾ ਦਿਲ ਕਰਦਾ ਨਾਲ ਉਹਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ ਦੇ ਵਿੱਚ ਇਤਿਹਾਸ ਦੀਆਂ ਸਾਖੀਆਂ ਨੂੰ ਆਪ ਜੀ ਦੇ ਸਾਹਮਣੇ ਬਿਆਨ ਕੀਤਾ ਜਾਏ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।